ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਕਹਿੰਦੇ ਨੇ ਇੱਕ ਵਾਰ ਇੱਕ ਰਾਜਾ ਇਹ ਡਿਸਾਈਡ ਨਹੀਂ ਸੀ ਕਰ ਰਿਹਾ ਕਿ ਮੈਂ ਜੋ ਰਾਜਗੱਦੀ ਹੈ ਮੇਰੀ ਉਹ ਕਿਹੜੇ ਪੁੱਤਰ ਨੂੰ ਦੇਵਾਂ। ਉਸ ਰਾਜੇ ਦੇ 3 ਪੁੱਤਰ ਸਨ। ਉਹ 3 ਪੁੱਤਰ ਹੀ ਉਸ ਨੂੰ ਬਹੁਤ ਪਿਆਰੇ ਸਨ। ਰਾਜਾ ਚਾਹੁੰਦਾ ਸੀ ਕਿ ਮੈਂ ਇਹ ਗੱਦੀ ਉਸ ਨੂੰ ਦੇਣੀ ਚਾਹੁੰਦਾ ਹਾਂ ਜੋ ਸਮਝਦਾਰ ਤੇ ਸਿਆਣਾ ਹੋਵੇ, ਜਿਸ ਵਿੱਚ ਇਸ ਗੱਦੀ ਨੂੰ ਸੰਭਾਲਣ ਦਾ ਗੁਣ ਹੋਵੇ, ਰਾਜ ਭਾਗ ਨੂੰ ਵਧਾਵੇ ਤੇ ਮੇਰਾ ਨਾਮ ਰੋਸ਼ਨ ਕਰੇ। ਪਰ ਨਾਲ ਇਹ ਵੀ ਚਾਹੁੰਦਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਝਗੜਾ ਨਾ ਹੋਵੇ, ਵਾਦ ਵਿਵਾਦ ਨਾ ਹੋਵੇ। ਹੁਣ ਉਸ ਰਾਜੇ ਨੇ ਆਪਣੇ ਇੱਕ ਮਿੱਤਰ ਸਾਧੂ ਨੂੰ ਬੁਲਾਇਆ ਜੋ ਉਸ ਦੇ ਬੜਾ ਕਰੀਬ ਸੀ। ਰਾਜੇ ਨੇ ਸਾਧੂ ਨੂੰ ਪੁੱਛਿਆ ਕਿ ਮੈਂ ਰਾਜ ਭਾਗ ਕਿਸੇ ਇੱਕ ਪੁੱਤਰ ਨੂੰ ਦੇਣਾ ਚਾਹੁੰਦਾ, ਪਰ ਦੇਣਾ ਉਹਨੂੰ ਹੈ ਜੋ ਰਾਜ ਭਾਗ ਦੀ ਸੰਭਾਲ ਚੰਗੀ ਤਰ੍ਹਾਂ ਕਰੇ, ਇਸ ਨੂੰ ਅੱਗੇ ਵਧਾਵੇ ਤੇ ਮੇਰਾ ਨਾਮ ਰੋਸ਼ਨ ਕਰੇ, ਕਿਉਂਕਿ ਸਮਾਜ ਦੇ ਵਿੱਚ ਮੇਰੀ ਬੜੀ ਇੱਜ਼ਤ ਹੈ, ਲੋਕ ਮੇਰਾ ਬਹੁਤ ਸਨਮਾਨ ਕਰਦੇ ਨੇ। ਹੁਣ ਉਸ ਫਕੀਰ ਨੇ ਆਖਿਆ ਕਿ ਆਪਣੇ ਪੁੱਤਰਾਂ ਨੂੰ ਬੁਲਾਓ। ਪੁੱਤਰਾਂ ਨੂੰ ਬੁਲਾਇਆ ਗਿਆ ਤੇ ਕਿਹਾ ਕਿ ਇਹਨਾਂ ਨੂੰ ਇੱਕ ਇੱਕ ਟੋਕਰੀ ਫੁੱਲਾਂ ਦੀ ਦੇ ਦੇ ਤੇ ਇਹਨਾਂ ਨੂੰ ਕਹੋ ਕਿ 6 ਮਹੀਨੇ ਬਾਅਦ ਇਹ ਫੁੱਲ ਇਸ ਤਰ੍ਹਾਂ ਹੀ ਹੋਣੇ ਚਾਹੀਦੇ ਨੇ। ਰਾਜੇ ਨੇ ਪੁੱਤਰਾਂ ਨੇ ਇੱਕ ਇੱਕ ਟੋਕਰੀ ਫੁੱਲਾਂ ਦੀ ਦਿੱਤੀ ਤੇ ਨਾਲ ਹੀ ਕਿਹਾ ਕਿ ਮੈਨੂੰ ਇਹ 6 ਮਹੀਨੇ ਬਾਅਦ ਫੁੱਲ ਇਸ ਤਰ੍ਹਾਂ ਹੀ ਚਾਹੀਦੇ ਨੇ। ਤਿੰਨੇ ਪੁੱਤਰ ਉਹ ਇੱਕ ਇੱਕ ਟੋਕਰੀ ਫੁੱਲਾਂ ਦੀ ਲੈ ਕੇ ਗਏ। ਪਹਿਲੇ ਪੁੱਤਰ ਨੇ ਉਸ ਟੋਕਰੀ ਨੂੰ ਤਿਜੋਰੀ ਦੇ ਵਿੱਚ ਬੰਦ ਕਰ ਦਿੱਤਾ। ਕਹਿੰਦਾ ਹੈ ਵੀ ਬਾਹਰ ਤਾਂ ਇਹਨਾਂ ਨੇ ਕਿਸੇ ਨਾ ਕਿਸੇ ਲੈ ਜਾਣਾ, ਇਹ ਤਿਜੋਰੀ ਵਿੱਚ ਸੇਫ ਰਹਿਣਗੇ, 6 ਮਹੀਨੇ ਬਾਅਦ ਇਹਨਾਂ ਨੂੰ ਕੱਢ ਲਵਾਂਗਾ। ਦੂਸਰੇ ਪੁੱਤਰ ਨੇ ਫੁੱਲਾਂ ਨੂੰ ਬਾਜ਼ਾਰ ਵਿੱਚ ਖੜ ਕੇ ਵੇਚ ਦਿੱਤਾ। ਕਹਿੰਦਾ ਵੀ ਜਦੋਂ ਲੋੜ ਹੋਵੇਗੀ ਫਿਰ ਖਰੀਦ ਲਵਾਂਗਾ। ਹੁਣ ਤੀਸਰਾ ਜੋ ਪੁੱਤਰ ਹੈ ਉਸਨੇ ਵੀ ਉਹਨਾਂ ਫੁੱਲਾਂ ਨੂੰ ਸਾਂਭ ਕੇ ਰੱਖ ਦਿੱਤਾ। ਫਿਰ ਜਦੋਂ 6 ਮਹੀਨਿਆਂ ਦਾ ਸਮਾਂ ਪੂਰਾ ਹੋਇਆ ਤਾਂ ਰਾਜੇ ਨੇ ਪੁੱਤਰਾਂ ਨੂੰ ਬੁਲਾਇਆ। ਪਹਿਲਾ ਪੁੱਤਰ ਜਦੋਂ ਫੁੱਲਾਂ ਨੂੰ ਲੈ ਕੇ ਆਇਆ, ਤਿਜੋਰੀ ਨੂੰ ਜਦੋਂ ਖੋਲ੍ਹਿਆ ਤਾਂ ਦੇਖਦਾ ਹੈ ਕਿ ਉਹ ਫੁੱਲ ਸੜ ਚੁੱਕੇ ਸਨ, ਬਲਕਿ ਵਿੱਚੋਂ ਮੁਸ਼ਕ ਆ ਰਹੀ ਸੀ। ਉਹ ਫੁੱਲ ਉਸ ਤਰ੍ਹਾਂ ਦੇ ਨਹੀਂ ਸਨ ਜਿਸ ਤਰ੍ਹਾਂ ਦੇ 6 ਮਹੀਨੇ ਪਹਿਲਾਂ ਦਿੱਤੇ ਸਨ। ਉਹ ਫੁੱਲਾਂ ਨੂੰ ਵੇਖ ਕੇ ਬੜਾ ਨਿਰਾਸ਼ ਹੋ ਕੇ ਗਿਆ, ਮਾਯੂਸ ਹੋ ਕੇ ਗਿਆ, ਕਿਉਂਕਿ ਉਹ ਫੁੱਲ ਖਰਾਬ ਹੋ ਚੁੱਕੇ ਸਨ। ਦੂਸਰਾ ਪੁੱਤਰ ਜਦੋਂ ਫੁੱਲ ਲੈਣ ਗਿਆ ਉਦੋਂ ਬਾਜ਼ਾਰ ਵਿੱਚ ਕੋਈ ਫੁੱਲ ਨਹੀਂ ਸੀ। ਰਾਜੇ ਨੇ ਬੁਲਾਇਆ ਹੀ ਉਦੋਂ ਸੀ ਜਦੋਂ ਬਾਜ਼ਾਰ ਵਿੱਚ ਕੋਈ ਫੁੱਲ ਨਹੀਂ ਸਨ। ਉਹ ਵੀ ਖਾਲੀ ਹੱਥ ਵਾਪਸ ਆਇਆ। ਹੁਣ ਤੀਸਰਾ ਪੁੱਤਰ ਜਦੋਂ ਆਇਆ ਉਸ ਦੇ ਕੋਲ ਬੜੇ ਹੀ ਸੋਹਣੇ ਫੁੱਲ ਮਹਿਕਦੇ ਹੋਏ ਟੋਕਰੀ ਭਰੀ ਲੈ ਕੇ ਰਾਜੇ ਕੋਲ ਆ ਗਿਆ। ਰਾਜੇ ਨੇ ਪੁੱਛਿਆ ਕਿ ਇਹ ਤੂੰ ਕਿਵੇਂ ਸੰਭਾਲ ਕੇ ਰੱਖੇ? ਤਾਂ ਉਸਨੇ ਆਖਿਆ, ਜੇ ਤੁਸੀਂ ਇਹ ਵੇਖਣਾ ਹੈ ਤਾਂ ਤੁਹਾਨੂੰ ਮੇਰੇ ਨਾਲ ਆਉਣਾ ਪੈਣਾ। ਰਾਜਾ ਕਹਿੰਦਾ ਠੀਕ ਹੈ। ਹੁਣ ਰਾਜਾ ਉਸਦੇ ਨਾਲ ਗਿਆ। ਉਹ ਰਾਜੇ ਨੂੰ ਬੜੇ ਹੀ ਸੋਹਣੇ ਬਾਗ ਵਿੱਚ ਲੈ ਗਿਆ ਜਿੱਥੇ ਬੜੇ ਹੀ ਸੋਹਣੇ ਫੁੱਲ ਖਿੜੇ ਹੋਏ ਸੀ। ਉਹ ਕਹਿੰਦਾ ਭਾਵੇਂ ਇੱਕ ਟੋਕਰੀ ਹੋਰ ਤੁਸੀਂ ਫੁੱਲ ਤੋੜ ਲਵੋ, ਬਲਕਿ ਇੱਥੋਂ ਜੋ ਵੀ ਲੰਘਦਾ ਉਹ ਇਹਨਾਂ ਫੁੱਲਾਂ ਦੀ ਖੁਸ਼ਬੂ ਦਾ ਆਨੰਦ ਮਾਣਦਾ। ਰਾਜੇ ਨੇ ਪੁੱਛਿਆ ਕਿ ਤੂੰ ਇਹਨਾਂ ਨੂੰ ਕਿਵੇਂ ਸੰਭਾਲਿਆ? ਤਾਂ ਉਹ ਕਹਿੰਦਾ ਵੀ ਮੈਂ ਇਹਨਾਂ ਫੁੱਲਾਂ ਨੂੰ ਪਹਿਲਾਂ ਸੁਕਾਇਆ, ਫਿਰ ਇਹਨਾਂ ਦੇ ਜੋ ਬੀਜ ਸਨ ਉਹਨਾਂ ਨੂੰ ਮੈਂ ਇੱਥੇ ਬੀਜਿਆ, ਉਹਨਾਂ ਦੀ ਸੰਭਾਲ ਕੀਤੀ, ਉਹਨਾਂ ਨੂੰ ਪਾਣੀ ਪਾਇਆ, ਖਾਦ ਦਵਾਈ ਪਾਈ ਤੇ 6 ਮਹੀਨਿਆਂ ਵਿੱਚ ਉਹ ਚੰਗਾ ਬਾਗ ਬਣ ਗਿਆ। ਹੁਣ ਇੱਥੋਂ ਤੱਕ ਟੋਕਰੀ ਨਹੀਂ, ਕਈ ਟੋਕਰੀਆਂ ਫੁੱਲਾਂ ਦੀਆਂ ਲੱਗੀਆਂ ਨੇ। ਜ਼ਿੰਦਗੀ ਦੀ ਇਹ ਕਹਾਣੀ ਹੈ। ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਸਿਰਫ ਧਨ ਦੌਲਤ ਤੇ ਫੁੱਲ ਨਾਲ ਸਾਂਭਦੇ ਨੇ। ਆਪਣੀ ਜ਼ਿੰਦਗੀ ਦੀ ਕੀਮਤ ਸਿਰਫ ਇੰਨੀ ਕੁ ਹੀ ਲਾਉਂਦੇ ਨੇ ਕਿ ਸਾਰੀ ਜ਼ਿੰਦਗੀ ਧਨ ਦੌਲਤ ਇਕੱਠੀ ਕਰਕੇ ਤਿਜੋਰੀਆਂ ਭਰਦੇ ਨੇ ਅਤੇ ਚਾਹੁੰਦੇ ਨੇ ਕਿ ਸਾਡਾ ਨਾਮ ਵੀ ਉਹਨਾਂ ਅਮੀਰ ਬੰਦਿਆਂ ਵਿੱਚ ਆਵੇ ਜਿਨ੍ਹਾਂ ਕੋਲ ਸਭ ਤੋਂ ਜ਼ਿਆਦਾ ਧਨ ਹੈ, ਸਭ ਤੋਂ ਵੱਡਾ ਨਾਮ ਹੈ, ਜਿਨ੍ਹਾਂ ਦਾ ਅਸੀਂ ਵੀ ਅਮੀਰਾਂ ਦੀ ਗਿਣਤੀ ਵਿੱਚ ਗਿਣੇ ਜਾਈਏ।
ਉਹ ਲੋਕ ਬਹੁਤ ਹੀ ਧਨ ਦੌਲਤ ਇਕੱਠਾ ਕਰਦੇ ਰਹਿੰਦੇ ਨੇ, ਪਰ ਜਿੱਦਣ ਰੱਬ ਦਾ ਬੁਲਾਵਾ ਆਉਂਦਾ ਹੈ, ਇਹ ਤਿਜੋਰੀਆਂ, ਇਹ ਧਨ ਉਹਨਾਂ ਦੇ ਨਾਲ ਨਹੀਂ ਜਾਂਦਾ। ਰੱਬ ਨੇ ਤਾਂ ਸਾਰਿਆਂ ਨੂੰ ਸਵਾਸਾਂ ਦੀ ਮਹਾਨ ਪੂੰਜੀ ਦਿੱਤੀ ਸੀ। ਜ਼ਿੰਦਗੀ ਇੱਕ ਟੋਕਰੀ ਸੀ ਤੇ ਕੀਮਤੀ ਫੁੱਲ ਸਵਾਸ ਸਨ। ਹੁਣ ਰੱਬ ਨੇ ਸਾਰਿਆਂ ਨੂੰ ਬਰਾਬਰ ਸਵਾਸ ਦਿੱਤੇ ਸਨ, ਪਰ ਇੱਕ ਨੇ ਕੀਮਤ ਲਾਈ, ਧਨ ਦੌਲਤ ਇਕੱਠੀ ਕੀਤੀ, ਤਿਜੋਰੀ ਭਰ ਲਈ, ਪਰ ਨਾਲ ਨਹੀਂ ਲਿਜਾ ਸਕਿਆ। ਦੂਸਰਾ ਉਹ ਸੀ ਜਿਸ ਨੇ ਆਪਣੀ ਜ਼ਿੰਦਗੀ ਨੂੰ ਸੰਸਾਰ ਦੇ ਬਾਜ਼ਾਰਾਂ ਵਿੱਚ ਵੇਚ ਦਿੱਤਾ, ਭਾਵ ਉਹ ਸੰਸਾਰ ਦੇ ਵਿੱਚ ਖਾਣ ਪੀਣ ਦੇ ਪਦਾਰਥ ਵਿੱਚ ਹੀ ਸੀਮਿਤ ਰਿਹਾ। ਕਦੇ ਕੱਪੜੇ ਖਰੀਦ ਲਏ, ਕਦੇ ਖਾਣ ਪੀਣ ਦੀਆਂ ਚੀਜ਼ਾਂ ਖਰੀਦ ਲਈਆਂ, ਕਦੇ ਦੁਕਾਨ ਖਰੀਦ ਲਈ। ਬਸ ਉਹਦਾ ਜੀਵਨ ਬਾਜ਼ਾਰਾਂ ਤੱਕ ਹੀ ਸੀਮਿਤ ਰਿਹਾ, ਪਰ ਹਾਸਿਲ ਉਹਨੂੰ ਵੀ ਕੁਝ ਨਹੀਂ ਹੋਇਆ। ਜਦੋਂ ਲੋੜ ਪਈ ਤਾਂ ਉਹ ਵੀ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਿਆ। ਹੁਣ ਇਸ ਤੋਂ ਅਗਲਾ ਉਹ ਮਨੁੱਖ ਜਿਨੇ ਪ੍ਰਮਾਤਮਾ ਦੇ ਦਿੱਤੇ ਸਵਾਸਾਂ ਦੀ ਪੂੰਜੀ ਲੈ ਕੇ ਸੰਸਾਰ ਵਿੱਚ ਆਇਆ ਸੀ, ਉਹਨੇ ਇਹਨਾਂ ਸਵਾਸਾਂ ਨੂੰ ਲੇਖੇ ਲਾਇਆ, ਸੰਸਾਰ ਵਿੱਚ ਲੋਕਾਂ ਦਾ ਭਲਾ ਕੀਤਾ। ਜਿੱਥੇ ਉਹਨੇ ਆਪਣੇ ਪਰਿਵਾਰ ਦੇ ਫਰਜ਼ਾਂ ਨੂੰ ਨਿਭਾਇਆ, ਆਪਣੀ ਜ਼ਿੰਦਗੀ ਨੂੰ ਚੰਗੇ ਕੰਮਾਂ ਵਿੱਚ ਲਾਇਆ, ਲੋਕਾਂ ਵਿੱਚ ਖੁਸ਼ਬੂ ਵੰਡੀ, ਹਾਸੇ ਵੰਡੇ, ਨਾਲ ਨਾਲ ਦੁਨੀਆ ਦਾ ਭਲਾ ਵੀ ਕੀਤਾ। ਉਸਨੇ ਮਨੁੱਖਤਾ ਦੇ ਭਲੇ ਲਈ ਆਪਣੇ ਜੀਵਨ ਨੂੰ ਲੇਖੇ ਲਾ ਦਿੱਤਾ, ਬਲਕਿ ਆਪਣੇ ਲੋਕਾਂ ਦੇ ਲਈ, ਆਪਣੇ ਲੋਕਾਂ ਦੇ ਦੁੱਖ ਦਰਦ ਲਈ ਉਹਨਾਂ ਦੇ ਵਿੱਚ ਕੰਮ ਆਇਆ। ਹਰ ਲੋੜ ਵਿੱਚ, ਹਰ ਲੋੜ ਤੇ ਉਹਨਾਂ ਦੀ ਮਦਦ ਕੀਤੀ। ਕਿਸੇ ਨੂੰ ਪਿਆਸਾ ਵੇਖ ਕੇ ਪਾਣੀ ਪਿਆਇਆ, ਭੁੱਖਾ ਵੇਖ ਕੇ ਉਹਨਾਂ ਨੂੰ ਰੋਟੀ ਖਵਾਈ। ਕਿਸੇ ਨੇ ਬਿਮਾਰ ਵੇਖਿਆ, ਉਸ ਦੀ ਬਿਮਾਰੀ ਨੂੰ ਦੂਰ ਕਰਨ ਦਾ ਯਤਨ ਕੀਤਾ, ਤਾਂ ਉਸਨੇ ਆਪਣੀ ਜ਼ਿੰਦਗੀ ਨੂੰ ਚੰਗੇ ਕੰਮਾਂ ਵਿੱਚ ਬਿਤਾਇਆ। ਹੁਣ ਇਮਾਨਦਾਰੀ ਜੋ ਹੈ, ਐਸਾ ਗੁਣ ਹੈ ਜੋ ਸਾਰੀ ਜ਼ਿੰਦਗੀ ਬੰਦੇ ਦੇ ਨਾਲ ਰਹਿੰਦਾ ਹੈ, ਭਾਵ ਅੱਜ ਹੈ, ਕੱਲ ਵੀ ਹੈ, ਜ਼ਿੰਦਗੀ ਦੇ ਅੰਤਲੇ ਸਮੇਂ ਵਿੱਚ ਵੀ ਨਾਲ ਹੈ। ਜੋ ਵੀ ਮਨੁੱਖ ਚੰਗੇ ਕਰਮ ਕੀਤੇ, ਉਹ ਨਾਲ ਹੀ ਜਾਂਦੇ ਨੇ। ਇਹ ਪੈਸਾ, ਇਹ ਦੌਲਤ, ਤਿਜੋਰੀਆਂ ਕੁਝ ਵੀ ਨਾਲ ਨਹੀਂ ਜਾਣਾ। ਇਸ ਕਰਕੇ ਜੇ ਚੰਗੇ ਕੰਮ ਕਰੋਗੇ ਤੇ ਫਲ ਵੀ ਤੁਹਾਨੂੰ ਚੰਗਾ ਹੀ ਮਿਲੇਗਾ। ਸੋ ਪਿਆਰੀ ਸਾਧ ਸੰਗਤ ਜੀ, ਸਾਨੂੰ ਵੀ ਇਸ ਕਹਾਣੀ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਇਹ ਧਨ ਦੌਲਤ ਪੈਸਾ ਇਕੱਠਾ ਕਰਕੇ ਕੁਝ ਨਹੀਂ ਮਿਲਣਾ। ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਲੜ ਲੱਗੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਨੂੰ ਸਮਝੀਏ, ਤਾਂ ਕਿ ਸਾਡਾ ਵੀ ਉਸ ਸੱਚਖੰਡ ਵਿੱਚ ਨਾਮ ਦਰਜ ਹੋ ਜਾਵੇ, ਉਸ ਪ੍ਰਮਾਤਮਾ ਦੇ ਘਰ ਸਾਨੂੰ ਵੀ ਸ਼ਰਨ ਮਿਲ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।